खिन खिन भुलनहार बख्शनहार बख्श लै। नानक पार उतार। सब अवगुण मैं गुण नहीं कोई, क्यों कर कंत मिलावा होय। ना मैं रूप ना बंके नैना, ना कुल ढंग ना मीठे बैना। हाँ आया दूरों चल गए, मैं तकी तो शरनाए जियो। मैं आशा रखी चित में, मेरा सबों दुख गवाए जियो। ज़हरा ज़हूर हाजरा हजूर सर्व कला भरपूर समर्थ गुरु, लोक परलोक दे रख्यक भगत वशल। बाणी के बोहित कलयुग दे अवतार, ज्ञान दा सागर पातशाहियां दी भगतां दी प्यारियां दी जोत सतगुरु स्वरूप प्रतक्ष सतगुरु धन धन श्री गुरु ग्रंथ साहिब जी महाराज सतगुरु जी दी पावन पवित्र गोद हजूरी दे विच गुरु शब्द दे नाल जुड़ बैठी साध संगत जी। तंता दे योग आप सावड़ भागे हो, सतगुरु जी दी मेहर दया कृपा हुई है। फिरत फिरत प्रभ आया परया तो सरनाए, नानक की प्रभ बेनती अपनी भक्ति लाए। गुरु महाराज जी ने दया की है, मेहर की है, जीवन स्वास बख्शे हैं और इस स्वास जीवन साडा सफल हो जाए, लेखे विच लग जाए। सो इसलिए असी गुरु के चरणों के विच बहिंदे हाँ, जुड़ते हाँ, शब्द नूं सरवण करते हाँ और अपने आने वाले समय नूं सफल बनाउंदे हाँ। क्योंकि जिवें अक्सर तुसीं सरवण करते हो, अज साडे कोल है, जे असी अज नूं सफल कर लिया, जे अज दा समा असी सफल बना लिया ते साडा कल जिहड़ा है वो बिल्कुल सही होएगा। जो अज नूं सफल नहीं करदा, जो अज नूं सफल नहीं बनाउंदा, जो अज मेहनत नहीं करदा, जो अज कमाई नहीं करदा, उसका कल भी जिहड़ा है वो वधिया नहीं होएगा। कल दी कीती कमाई असी अज खा सकते हाँ। लॉकडाउन चलदा है, जिहड़ी पिछे कमाई की अज बैठ के असी बिल्कुल
ਅਸੀਂ ਖਾ ਸਕਦੇ ਹਾਂ, ਅਸੀਂ ਮੰਨ ਸਕਦੇ ਹਾਂ, ਕਿਉਂਕਿ ਅਸੀਂ ਕੱਲ ਕਮਾਈ ਕੀਤੀ ਸੀ, ਕੱਲ ਨੂੰ ਸਫਲ ਬਣਾਇਆ ਸੀ। ਤੇ ਜਿਸ ਨੇ ਕੱਲ ਜੋੜਿਆ ਨਹੀਂ, ਜਮਾ ਨਹੀਂ ਕੀਤਾ, ਸੇਵ ਨਹੀਂ ਕੀਤਾ, ਤੇ ਉਹ ਅੱਜ ਪਰੇਸ਼ਾਨੀ ਦੇ ਵਿੱਚ ਹੈ। ਉਹ ਅੱਜ ਪਰੇਸ਼ਾਨੀ ਦੇ ਵਿੱਚ ਹੈ। ਜੇ ਕਿਸੇ ਦੇ ਬੈਂਕ ਦੇ ਅਕਾਊਂਟ ਵਿੱਚ 4 ਪੈਸੇ ਹੋਣਗੇ, ਉਹ ਭਾਵੇਂ ਨਾ ਕੰਮ ਕਰੇ, ਬੁਢਾਪੇ ਦੇ ਵਿੱਚ ਜਾ ਕੇ ਕੰਮ ਨਹੀਂ ਹੁੰਦਾ, ਫਿਰ ਉਹ ਬੈਠ ਕੇ ਵੀ ਖਾ ਸਕਦਾ, ਪਰ ਅਕਾਊਂਟ ਦੇ ਵਿੱਚ ਕੁਝ ਜਮ੍ਹਾਂ ਹੋਣਾ ਚਾਹੀਦਾ। ਭਾਵੇਂ ਕਿਸੇ ਦੀ ਬੈਂਕ ਦੀ ਕਾਪੀ ਇੱਕ ਦੀ ਜਗ੍ਹਾ ਭਾਵੇਂ 10 ਕਾਪੀਆਂ ਕਿਉਂ ਨਾ ਹੋਣ ਬੈਂਕਾਂ ਦੀਆਂ, ਜੇ ਉਹਨਾਂ ਅਕਾਊਂਟ ਦੇ ਵਿੱਚ ਪੈਸਾ ਨਹੀਂ, ਦੇਖੋ ਜਦੋਂ ਅਸੀਂ ਪੈਸਾ ਸਾਰਾ ਕਢਵਾ ਲੈਂਦੇ ਹਾਂ, ਫਿਰ ਉਹ ਕਾਪੀ ਸਾਡੇ ਬਹੁਤੀ ਕੰਮ ਦੀ ਨਹੀਂ ਰਹਿੰਦੀ। ਜਦੋਂ ਤੱਕ ਸਾਡੇ ਅਕਾਊਂਟ ਵਿੱਚ ਕਾਪੀ ਦੇ ਵਿੱਚ ਪੈਸੇ ਜਮ੍ਹਾਂ ਹੁੰਦੇ ਹਨ, ਸਾਨੂੰ ਬੜੀ ਵੱਡੀ ਇੱਕ ਆਸ ਰਹਿੰਦੀ ਹੈ, ਚਿੰਤਾ ਨਹੀਂ ਰਹਿੰਦੀ, ਫਿਕਰ ਨਹੀਂ ਹੁੰਦਾ, ਕੋਈ ਗੱਲ ਨਹੀਂ, ਜ਼ਰੂਰਤ ਪਏਗੀ ਤੇ ਫਿਰ ਅਸੀਂ ਉੱਥੋਂ ਲਿਆ ਕੇ ਵਰਤ ਸਕਦੇ ਹਾਂ ਪੈਸੇ। ਸੋ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਸ ਜਗ੍ਹਾ ਤੇ ਤੂੰ ਬੈਠਾ ਉਸ ਨੂੰ ਕਹਿੰਦੇ ਨੇ ਪਰਦੇਸ। ਜਿਸ ਦੇਸ਼ ਵਿੱਚ ਤੂੰ ਜਾਣਾ ਹੈ ਉਸ ਨੂੰ ਕਹਿੰਦੇ ਨੇ ਤੇਰਾ ਘਰ। ਉਸ ਨੂੰ ਕਿਸੇ ਵੀ ਨਾਮ ਦੇ ਨਾਲ ਬੁਲਾ ਲਈਏ, ਬਾਣੀ ਵਿੱਚ ਅਨੇਕਾਂ ਨਾਮਾਂ ਦੇ ਨਾਲ ਮਹਾਰਾਜ ਜੀ ਨੇ ਸਾਨੂੰ ਦੱਸਿਆ। ਬੇਗਮਪੁਰਾ ਸ਼ਹਿਰ ਕੋ ਨਾਉ, ਭਾਵੇਂ ਇਹ ਅੰਦਰਲੀ ਅਵਸਥਾ ਦੀ ਗੱਲ ਕੀਤੀ ਹੈ, ਪਰ ਅਸੀਂ ਇਸ ਸਰੀਰ ਦੇ ਰਹਿੰਦਿਆਂ ਤੇ ਸਰੀਰ ਦੇ ਮਿਟਣ ਤੋਂ ਬਾਅਦ ਦੋਵੇਂ ਚੀਜ਼ਾਂ ਦੀ ਵਿਚਾਰ ਕਰਨੀ ਹੈ। ਜਦੋਂ ਤੱਕ ਇਹ ਆਤਮਾ ਸਾਡੇ ਸਰੀਰ ਦੇ ਵਿੱਚ ਹੈ ਉਹਦੀ ਵੀ ਵਿਚਾਰ ਕਰਨੀ ਹੈ, ਤੇ ਜਦੋਂ ਸਾਡੇ ਸਰੀਰ ਦੇ ਵਿੱਚੋਂ ਆਤਮਾ ਚਲੀ ਜਾਣੀ ਹੈ ਤੇ ਉਹਦੀ ਵੀ ਵਿਚਾਰ ਅਸੀਂ ਦੋਵੇਂ ਕਰਨੀ ਹੈ। ਅਸੀਂ ਇਸ ਕਰਕੇ ਸੱਚਖੰਡ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵੀ ਅਸੀਂ ਮੰਨਣਾ। ਬੇਗਮਪੁਰਾ ਸ਼ਹਿਰ ਆਪਣੇ ਅੰਦਰ ਜਿਹੜਾ ਹੈ ਵਸਦਾ ਹੈ, ਉਸ ਨੂੰ ਵੀ ਸਮਝਣਾ ਹੈ। ਪਰ ਜਿਸ ਦਿਨ ਸਾਡਾ ਸਰੀਰ ਮਿਟ ਜਾਣਾ ਹੈ, ਉਦੋਂ ਵੀ ਬੇਗਮਪੁਰਾ ਸ਼ਹਿਰ ਹੋਣਾ, ਉਦੋਂ ਵੀ ਦਰਗਾਹ ਸੱਚਖੰਡ ਹੋਣਾ। ਇਸ ਕਰਕੇ ਅਸੀਂ ਉਸ ਦੀ ਵੀ ਵਿਚਾਰ ਨਾਲੋਂ ਨਾਲ ਰੱਖਣੀ ਹੈ, ਕਿਉਂਕਿ ਬਾਣੀ ਜਿਹੜੀ ਹੈ ਇੱਕ ਸਮੇਂ ਦੇ ਲਈ ਨਹੀਂ ਹੈ, ਉਹ ਪਾਸਟ, ਪ੍ਰੈਜ਼ੈਂਟ ਤੇ ਫਿਊਚਰ ਤਿੰਨਾਂ ਨੂੰ ਕਵਰ ਕਰਦੀ ਹੈ। ਇਸ ਕਰਕੇ ਜਿੰਨਾ ਵੀ ਬਾਣੀ ਦਾ ਗਿਆਨ ਹੈ ਉਹ ਇੱਕ ਕਾਲ ਵਾਸਤੇ ਨਹੀਂ ਹੁੰਦਾ, ਉਹ ਤਿੰਨਾਂ ਕਾਲਾਂ ਦੇ ਵਿੱਚ ਸੱਚ ਹੈ, ਜਿਸ ਨੂੰ ਰੋਜ਼ ਪੜ੍ਹਦੇ ਹਾਂ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਇਸ ਲਈ ਜੋ ਸਾਡੀ ਕਮਾਈ ਹੈ ਉਹਦੇ ਮੁਤਾਬਕ ਹੀ ਸਾਡਾ ਫਿਊਚਰ ਤੈਅ ਹੋਣਾ ਹੈ, ਉਹਦੇ ਮੁਤਾਬਕ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਕੁਝ ਹਾਸਲ ਕਰਾਂਗੇ। ਸੋ ਇਸ ਲਈ ਪੰਜਵੇਂ ਪਾਤਸ਼ਾਹ ਦਾ ਬਚਨ ਵੀ ਅਸੀਂ ਸੌਣ ਲੱਗੇ ਰੋਜ਼ ਪੜ੍ਹਦੇ ਹਾਂ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ। ਸੋ ਐਸੀ ਚੀਜ਼ ਨੂੰ ਖਰੀਦਣਾ ਚਾਹੀਦਾ ਹੈ ਜਿਹੜੀ ਸਾਡੇ ਕੱਲ੍ਹ ਵਾਸਤੇ ਬਿਹਤਰ ਹੋਵੇ, ਚੰਗੀ ਹੋਵੇ, ਸਾਨੂੰ ਸੁੱਖ ਦੇਵੇ, ਸਾਨੂੰ ਸ਼ਾਂਤੀ ਦੇਵੇ। ਤੇ ਸਭ ਤੋਂ ਕੀਮਤੀ ਅਨਮੋਲ ਵਸਤੂ ਹੈ ਉਹ ਹੈ ਸੱਚ ਨਾਮ। ਇਸ ਨੂੰ ਸਾਨੂੰ ਜ਼ਰੂਰ ਇਕੱਠਾ ਕਰਨਾ ਚਾਹੀਦਾ ਹੈ, ਜ਼ਰੂਰ ਜ਼ਿੰਦਗੀ ਵਿੱਚ ਲਿਆਉਣਾ ਚਾਹੀਦਾ ਹੈ, ਜ਼ਰੂਰ ਸੰਗਤ ਕਰਨੀ ਚਾਹੀਦੀ ਹੈ। ਤੇ ਭਾਵੇਂ ਕੋਈ ਕਰੇ ਜਾਂ ਨਾ ਕਰੇ, ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਮੇਰਾ ਮਿੱਤਰ, ਮੇਰੇ ਪਰਿਵਾਰ ਦਾ ਮੈਂਬਰ, ਮੇਰਾ ਪਾਰਟਨਰ ਉਹ ਤੇ ਕਰਦਾ ਨਹੀਂ, ਮੈਂ ਕਿਉਂ ਕਰਾਂ। ਮੇਰੇ ਘਰ ਦਾ ਮੈਂਬਰ, ਮੇਰਾ ਮਿੱਤਰ, ਮੇਰਾ ਪਾਰਟਨਰ, ਮੇਰੇ ਨਾਲ ਜੌਬ ਕਰਨ ਵਾਲਾ, ਉਹ ਤੇ ਇਸ ਤਰ੍ਹਾਂ ਕਰਦਾ ਨਹੀਂ, ਉਹ ਵੀ ਤੇ ਬਹੁਤ ਵਧੀਆ ਹੈ,
मेरे नाल शायद चंगा ही है। मैं ये धर्म कर्म सच दी गल वाल काहदे वास्ते एवें अपना टाइम वेस्ट करी जावां, ये कई बार मन दे विच सवाल आ जांदा है। पर नहीं, कोई की करदा, कोई की कमाउंदा, कोई किथे जांदा, ये नहीं असीं देखना, बिल्कुल नहीं देखना। क्योंकि महाराज जी कहते ने, बाबा फरीद जी कहते ने, फरीदा जे तू अकल लतीफ काले लिख ना लेख, आपनड़े गिरीवान में सिर नीवा कर देख। जे तेरे कोल 4 पैसे होणगे तेरा फ्यूचर वधिया होएगा, तेरे गुआंढी दा थोड़ा होएगा। जे तू अज सज्जनताई निभाई होएगी, कमाई होएगी, कल नूं सज्जन तेरे काम आउणगे। जे अज तू किसी नूं अपना भरा मित्र बनाया होएगा ते तेरे नाल कोई हो सकदा शायद तुरे। जे अज प्रेजेंट समय दे विच किसी नूं मित्र नहीं बनाया, किसी दे कोल तू बैठा नहीं, कुछ सुख दुख सांझे कीते नहीं, खुशी दे विच जाके खुशी वधाई नहीं, गमी दे विच जाके गम नूं वंडिया नहीं, तेरे नाल कौन खुशी वधाएगा, तेरे दुख नूं कौन वंडाएगा। इसलिए तू गुरु कोल आ, तू गुरु कोल आ। गुरु दा नाम ते गुरु दुखा नूं मिटन वाला, खत्म करने वाला। हर हर तेरा नाम है दुख मिटन हारा। गुरु दा नाम ते गुरु दे दर्शन सचमुच ही दुख मिटा देंदे ने। सो गुरु मेहर करे, गुरु दे शब्द नाल जुड़िया करिए। गुरु नूं बहुत चाह दे नाल, गुरु नूं चाह दे नाल देखिया करिए। गुरु नूं पता किन्ने चाह नाल मिलना चाहिए। एक हद की गल कर देना, मैं छेती समझ लग जाएगी। किन्ने चाह नाल गुरु नूं मिलना चाहिए, जिवें विआह दा चाह हुंदा, जिवें लड़के ते लड़की नूं विआह दा चाह हुंदा, मिलन दा चाह हुंदा, इहदे नालों भी ज़्यादा चाह हो जाए तो वह भी थोड़ा है गुरु नूं मिलन दा। देखो शादी विआह दा किन्ना चाह हुंदा, इहदे नालों भी ज़्यादा चाह होना चाहिए गुरु नूं मिलन दा। ते फिर देखो गल किद्दां बनदी है। जे चाह नहीं होएगा, जे खिच नहीं होएगी, ते कम दा जिन्हों पंजाबी जो कहते हैं भी आनंद नहीं आएगा, स्वाद नहीं आएगा। इस करके काम वही अच्छा लगता है जिन्हों चित करे करनों। घर दे विच तुसीं देखना, जिस काम नूं किसी दा चित ना करे, वो काली काली नाल काम करदा नहीं, वो नबेड़दा। वो काली काली नाल काम नूं करदा नहीं, वो काम नूं नबेड़दा भी ये काम निबड़ जाए। क्यों? क्योंकि उसका इंटरस्ट नहीं हुंदा, उसका ध्यान नहीं हुंदा, उसनूं दिलचस्पी नहीं हुंदी। इस करके वो काम नबेड़दा। काम नूं नवेड़न वाला बहुती सफलता हासिल नहीं करता। जो काम नूं तरीके दे नाल, इंटरस्ट दे नाल करदा है, सफलता वो हासिल करदा है। इस करके दुनिया दे विच भी भावें असीं किरत करदे आ, काम करने आ, वो भी असी चित ला के करने ने, ईमानदारी दे नाल करने ने, मेहनत दे नाल करने हैं। ते जदों असी गुरु दी गल करिए, फिर गुरु दी सिफत सलाह, फिर गुरु दी गल ते गुरु दी सेवा, ये भी असी मन दे नाल चित ला के करनी है। सतगुर की सेवा सफल है जे को करे चित लाए, मन चिंदिया फल पावना होमे विचों जाए। फिर जे कोई इस तरह करेगा तो सच्चे पातशाह जी फरमान कर देने, वाकई तेरा कोई ना कोई हल होएगा और तैनू बहुत ज़्यादा लाभ मिलेगा। आओ लड़ीवार शब्द की विचार अज की आरंभ करते हैं। बहुत प्यारा शब्द दे विच विशा आ रहा है। श्लोक लेखे कते न छुटिया, खिन खिन भूलन हार, बख्शन हार बख्श लै नानक पारि उतार। साडे विच ते परमात्मा दे विच की अंतर है?
ਹੈ ਅਸੀਂ ਤੇ ਪ੍ਰਮਾਤਮਾ ਇੱਕੋ ਹੀ। ਪਰ ਜੇ ਅਸੀਂ ਪ੍ਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ ਤੇ ਪ੍ਰਮਾਤਮਾ ਨੂੰ ਇਹ ਕਹਿਣਾ, ਮੈਂ ਹਾਂ ਅਲਪਗ ਤੁਸੀਂ ਹੋ ਸਰਬੱਗ, ਮੈਂ ਕੁਛ ਵੀ ਨਹੀਂ ਤੁਸੀਂ ਸਭ ਕੁਛ ਹੋ। ਮੈਂ ਕੇਵਲ ਔਗਣਾਂ ਦੇ ਨਾਲ ਭਰਪੂਰ ਹਾਂ, ਤੁਸੀਂ ਕੇਵਲ ਗੁਣਾਂ ਦੇ ਨਾਲ ਭਰਪੂਰ ਹੋ। ਜੇ ਕਿਸੇ ਨੇ ਇਸ ਤਰ੍ਹਾਂ ਦੀ ਭਾਵਨਾ ਰੱਖੀ, ਜੇ ਕਿਸੇ ਨੇ ਇਸ ਤਰ੍ਹਾਂ ਦੀ ਭਾਵਨਾ ਰੱਖੀ ਤੇ ਉਹ ਗੁਰੂ ਦੇ ਬਹੁਤ ਛੇਤੀ ਨੇੜੇ ਚਲਾ ਜਾਏਗਾ, ਨਜ਼ਦੀਕ ਚਲਾ ਜਾਏਗਾ। ਪਰ ਜੇ ਕਿਸੇ ਨੇ ਇਹ ਭਾਵਨਾ ਰੱਖੀ, ਮੈਨੂੰ ਪਤਾ, ਮੈਂ ਜਾਣਦਾ, ਮੈਂ ਕਰਦਾ, ਮੇਰੇ ਵਰਗਾ ਹੋਰ ਕੋਈ ਨਹੀਂ, ਬਸ ਫਿਰ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਹਮੇਸ਼ਾ ਦੂਰ ਹੀ ਰਹੇਗਾ, ਦੂਰੀ ਹੀ ਰਹੇਗੀ। ਜਿਸ ਗੁਰੂ ਦੀ ਤੂੰ ਗੱਲ ਸੁਣਦਾ ਉਸ ਗੁਰੂ ਦੇ ਬਾਰੇ ਸਮਝ ਵੀ ਨਹੀਂ ਲੱਗੇਗੀ। ਜੇ ਤੂੰ ਉੱਚਾ ਹੋਣਾ ਤੇ ਪਹਿਲਾਂ ਨੀਵਾਂ ਹੋ ਮਨ ਕਰਕੇ। ਜੇ ਕਿਸੇ ਕੋਲੋਂ ਪਿਆਰ ਲੈਣਾ, ਕਿਸੇ ਕੋਲੋਂ ਅਸੀਸ ਲੈਣੀ ਹੈ ਤੇ ਉਹਦੇ ਕਦਮਾਂ ਤੇ ਪੈਰਾਂ ਤੇ ਝੁਕਣਾ ਪਏਗਾ। ਕਿਸੇ ਕੋਲੋਂ ਅਸੀਸ ਲੈਣ ਤੋਂ ਪਹਿਲਾਂ ਉਸ ਨੂੰ ਮੱਥਾ ਟੇਕਣਾ ਪੈਂਦਾ, ਉਹਦੇ ਪੈਰਾਂ ਤੇ ਝੁਕਣਾ ਪੈਂਦਾ। ਤੇ ਗੁਰੂ ਕੋਲੋਂ ਅਸੀਸ ਲੈਣ ਦੇ ਲਈ, ਕਿਰਪਾ ਲੈਣ ਦੇ ਲਈ ਵੀ ਗੁਰੂ ਦੇ ਅੱਗੇ ਮਨ ਕਰਕੇ ਡਿੱਗਣਾ ਪੈਂਦਾ। ਫਿਰ ਅਸੀਂ ਕਹਿ ਸਕਦੇ ਹਾਂ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਵੀ ਜ਼ਿੰਦਗੀ ਦੇ ਵਿੱਚ ਲੈਣ ਦੇਣ ਸਾਡਾ ਹਮੇਸ਼ਾ ਬਣਿਆ ਰਹਿੰਦਾ, ਬਣਿਆ ਰਹੇਗਾ। ਜਿਸ ਦਿਨ ਸਾਡਾ ਲੈਣ ਦੇਣ ਇਸ ਜੱਗ ਤੋਂ ਮੁੱਕਿਆ, ਉਸ ਦਿਨ ਅਸੀਂ ਮੁੱਕ ਜਾਣਾ। ਅਸੀਂ ਜੱਗ ਦੇ ਵਿੱਚ ਰਹਿੰਦੇ ਪਏ ਆ ਨਾ, ਇਹਦਾ ਮਤਲਬ ਇਹ ਹੈ ਸਾਡਾ ਲੈਣ ਦੇਣ ਬਾਕੀ ਹੈ, ਲੇਖੇ ਕਤੇ ਨਾ ਛੁਪੀਐ। ਸਾਡਾ ਦੁਨੀਆ ਦੇ ਨਾਲ ਅਜੇ ਲੈਣ ਦੇਣ ਹੈ। ਧੀਆਂ ਪੁੱਤਰਾਂ ਨੂੰ ਕੁਝ ਦੇਣਾ, ਕੁਝ ਉਹਨਾਂ ਕੋਲ ਲੈਣਾ, ਕੁਝ ਸਮਾਜ ਨੂੰ ਦੇਣਾ, ਕੁਝ ਸਮਾਜ ਕੋਲ ਲੈਣਾ। ਕਿਸੇ ਨੂੰ ਕੋਈ ਚੀਜ਼ ਦੇਣੀ ਹੈ, ਕਿਸੇ ਕੋਲ ਕੋਈ ਚੀਜ਼ ਲੈਣੀ ਹੈ। ਉਦੋਂ ਤੱਕ ਸਾਡੀ ਜ਼ਿੰਦਗੀ ਚੱਲਣੀ ਹੈ। ਜਿੱਦਣ ਸਾਡੇ ਲੈਣ ਦੇਣ ਦਾ ਹਿਸਾਬ ਗਿਆ ਮੁੱਕ, ਉਸ ਦਿਨ ਇਸ ਇਨਸਾਨ ਨੇ ਵੀ ਸਰੀਰ ਕਰਕੇ ਮੁੱਕ ਜਾਣਾ ਹੈ। ਇਹਦੇ ਵਿੱਚੋਂ ਪ੍ਰਾਣ ਨਿਕਲ ਜਾਣੇ ਹਨ। ਜੇ ਅਜੇ ਤੱਕ ਅਸੀਂ ਬੈਠੇ ਹਾਂ ਨਾ ਇਸ ਧਰਤੀ ਤੇ, ਇਹਦਾ ਮਤਲਬ ਸਾਡਾ ਲੈਣ ਦੇਣ ਅਜੇ ਬਾਕੀ ਹੈ। ਬਿਲਕੁਲ ਸਹੀ ਹੈ, ਲੈਣ ਦੇਣ ਬਾਕੀ ਹੈ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਲੇਖਾ ਜਿਹੜਾ ਹੁੰਦਾ ਨਾ, ਲੇਖਾ ਆਮ ਕਰਕੇ ਲੇਖਾ ਜਿਹੜਾ ਕਹਿੰਦੇ ਵੀ ਇਹ ਮੁਕਾਉਣਾ ਚਾਹੀਦਾ, ਦੇਣਾ ਚਾਹੀਦਾ, ਕਿਸੇ ਦਾ ਲੇਖਾ ਰਹਿ ਨਾ ਜਾਏ। ਸੋ ਮਹਾਰਾਜ ਜੀ ਕਹਿੰਦੇ ਲੇਖੇ ਮੁੱਕਦੇ ਨਹੀਂ, ਲੇਖੇ ਛੁੱਟਦੇ ਨਹੀਂ, ਲੇਖਾ ਦੇਣਾ ਪੈਂਦਾ। ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ। ਇੱਥੇ ਅਸੀਂ ਗੱਲ ਕਰਦੇ ਹਾਂ, ਅਸੀਂ ਜ਼ਿੰਦਗੀ ਦੇ ਵਿੱਚ ਜੋ ਗਲਤੀਆਂ ਕਰਦੇ ਹਾਂ, ਜੋ ਅਪਰਾਧ ਕਰਦੇ ਹਾਂ, ਜੋ ਪਾਪ ਕਰਦੇ ਹਾਂ, ਜੋ ਭੁੱਲਾਂ ਕਰਦੇ ਹਾਂ, ਉਹਨਾਂ ਦਾ ਲੇਖਾ ਮਹਾਰਾਜ ਜੀ ਕਹਿੰਦੇ ਜ਼ਰੂਰ ਦੇਣਾ ਪੈਂਦਾ। ਤੁਸੀਂ ਪਿੱਛੇ ਵੀ ਪੰਕਤੀਆਂ ਸੁਣੀਆਂ, ਲੇਖਾ ਲੀਜੈ ਤਿਲ ਜਿਉ ਪੀੜੀ। ਉਹ ਪ੍ਰਮਾਤਮਾ ਕਿਸੇ ਦਾ ਨਾਂ ਰੱਖਦਾ, ਕਿਸੇ ਕਿਸਮ ਦਾ ਵੀ। ਜੇ ਕਿਸੇ ਨੇ ਪੁੰਨ ਕੀਤਾ, ਪੁੰਨ ਕਰਮ ਕੀਤਾ ਤੇ ਉਹਨੂੰ ਉਹਦਾ ਵੀ ਮਿਲਣਾ। ਜੇ ਕਿਸੇ ਨੇ ਪਾਪ ਕੀਤਾ ਤੇ ਉਹਦਾ ਵੀ ਮਿਲਣਾ। ਜਿਵੇਂ ਇਸ ਸੰਸਾਰ ਤੇ ਕੋਈ ਕ੍ਰਾਈਮ ਕਰਦਾ, ਸੰਵਿਧਾਨ ਦੇ ਮੁਤਾਬਕ ਉਹਨੂੰ ਅਲੱਗ-ਅਲੱਗ ਧਾਰਾਵਾਂ ਤਹਿਤ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਕਾਨੂੰਨ ਦਿੰਦਾ। ਜੇ ਕੋਈ ਸੰਸਾਰ ਦੇ ਵਿੱਚ ਅੱਛਾ ਕੰਮ ਕਰਦਾ ਹੈ ਤੇ ਉਹਦੇ ਮੋਢੇ ਤੇ ਸਟਾਰ ਲੱਗਦੇ ਨੇ, ਉਹਨੂੰ ਮੈਡਲਸ ਮਿਲਦੇ ਨੇ, ਉਹਦੀ ਤਰੱਕੀ ਹੁੰਦੀ ਹੈ, ਉਹਨੂੰ ਉੱਚੇ ਅਹੁਦਿਆਂ ਤੇ ਬਿਠਾ ਦਿੱਤਾ ਜਾਂਦਾ ਹੈ। ਮਤਲਬ ਕਰਮ। ਮਾੜੇ ਕਰਮ ਕਰਕੇ ਇਨਸਾਨ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ, ਉਮਰ ਕੈਦ ਵੀ ਔਰ ਫਾਂਸੀ ਤੱਕ ਵੀ ਹੋ ਜਾਂਦੀ ਹੈ।
ਤੇ ਉਹੀ ਇਨਸਾਨ ਜੇ ਕੋਈ ਐਸਾ ਕਰਮ ਕਰ ਲਏ ਆਪਣੇ ਸਮਾਜ ਦੇਸ਼ ਕੌਮ ਲਈ, ਉਸੇ ਹੀ ਇਨਸਾਨ ਨੂੰ ਜਿੱਤ ਦੇ ਹਾਰ ਪਾਏ ਜਾਂਦੇ ਨੇ, ਉਸ ਨੂੰ ਸਲਾਹਿਆ ਜਾਂਦਾ ਹੈ, ਉਸ ਨੂੰ ਵੱਡੇ ਵੱਡੇ ਅਹੁਦੇ ਤੇ ਮੈਡਲ ਦੇ ਦਿੱਤੇ ਜਾਂਦੇ ਨੇ। ਕਿਸ ਤਰ੍ਹਾਂ? ਕਿਉਂ? ਉਹਦੇ ਕਰਮ ਕਰਕੇ, ਉਹਦੀ ਮਿਹਨਤ ਕਰਕੇ। ਬਿਨਾਂ ਮਿਹਨਤ ਤੋਂ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ। ਬਿਨਾਂ ਹੱਥ ਪੈਰ ਹਿਲਾਉਣ ਦੇ ਤੇ ਜਿਹੜੀ ਰੋਟੀ ਅਸੀਂ ਮੂੰਹ ਦੇ ਵਿੱਚ ਪਾਉਂਦੇ ਆ ਉਹ ਵੀ ਨਹੀਂ ਅੰਦਰ ਜਾਂਦੀ। ਹੱਥਾਂ ਨੂੰ ਬੁਰਕੀ ਗਰਾਈ ਤੋੜਨੀ ਪਏਗੀ ਤੇ ਜਬਾੜੇ ਤੇ ਦੰਦਾਂ ਨੂੰ ਉਸ ਨੂੰ ਚਬਾਉਣਾ ਪਏਗਾ ਤਾਂ ਪਿੱਟ ਵੀ ਜਾਂਦੀ ਹੈ। ਕਰਮ ਤੇ ਉਹਨਾਂ ਨੂੰ ਵੀ ਕਰਨੇ ਪੈਣਗੇ। ਜੇ ਕਿਸੇ ਦੇ ਪ੍ਰੋਪਰ ਦੰਦ ਨਹੀਂ ਤੇ ਉਹਨਾਂ ਨੂੰ ਖਾਣਾ ਖਾਣ ਦੇ ਵਿੱਚ ਪ੍ਰੋਬਲਮ ਹੈ। ਜੇ ਕਿਸੇ ਦਾ ਹੱਥ ਬਾਹ ਨਹੀਂ ਹੈ ਉਹਨੂੰ ਵੀ ਕਮਾਈ ਕਰਨ ਦੇ ਵਿੱਚ, ਕਰਮ ਕਰਨ ਵਿੱਚ, ਇੱਥੋਂ ਤੱਕ ਕਿ ਰੋਟੀ ਖਾਣ ਦੇ ਵਿੱਚ ਵੀ ਪ੍ਰੋਬਲਮ ਹੈ। ਸੋ ਇਸ ਵਾਸਤੇ ਹਰ ਚੀਜ਼ ਜਿਹੜੀ ਹੈ ਸਾਡੇ ਸਰੀਰ ਦੇ ਨਾਲ, ਕੋਈ ਵੀ ਪਾਰਟ ਹੈ ਉਹ ਕਰਮ ਕਰਦਾ ਹੈ। ਕਿਸੇ ਵੀ ਤਰ੍ਹਾਂ ਦਾ ਕੀਤਾ ਕਰਮ ਇਹ ਮਿਟਦਾ ਨਹੀਂ, ਕਦੇ ਵੀ ਨਹੀਂ ਮਿਟਦਾ। ਹੋ ਸਕਦਾ ਬੰਦਾ ਦਿਨ ਵੇਲੇ ਧਰਮੀ ਬਣ ਕੇ ਧਾਰਮਿਕ ਕਰਮ ਕਰੇ, ਹੋ ਸਕਦਾ ਉਹ ਰਾਤ ਦੇ ਹਨੇਰੇ ਦੇ ਵਿੱਚ ਕੁਕਰਮ ਵੀ ਕਰੇ, ਤੇ ਸੰਸਾਰ ਭਾਵੇਂ ਉਸ ਦੇ ਕੁਕਰਮਾਂ ਨੂੰ ਨਾ ਦੇਖ ਸਕਦਾ ਹੋਵੇ, ਜਿਸ ਨੂੰ ਪਰਮ ਪਿਤਾ ਅਕਾਲ ਪੁਰਖ ਕਹਿੰਦੇ ਨੇ, ਘਟ ਘਟ ਕੇ ਅੰਦਰ ਕੀ ਜਾਣਦ, ਭਲੇ ਬੁਰੇ ਕੀ ਪੀਰ ਪਛਾਣਦ, ਉਹ ਇਸ ਨੂੰ ਰਾਤ ਦੇ ਹਨੇਰੇ ਦੇ ਵਿੱਚ ਵੀ ਵਾਚ ਕਰਦਾ ਹੈ, ਫੋਲੋ ਕਰਦਾ ਵੀ ਇਹ ਕੀ ਕਰ ਰਿਹਾ ਹੈ। ਹਟ ਪਟਨ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ। ਰੱਬ ਤੋਂ ਕਿਸੇ ਕਿਸਮ ਦਾ ਕਰਮ ਛੁਪਾਇਆ ਨਹੀਂ ਜਾ ਸਕਦਾ। ਸੋ ਮਹਾਰਾਜ ਜੀ ਕਹਿੰਦੇ ਇੰਨੇ ਸਾਡੇ ਅੰਦਰ ਗੁਨਾਹ ਹਨ, ਇੰਨੇ ਪਾਪ ਕਰ ਜਾਂਦੇ ਹਾਂ, ਇੰਨੇ ਅਪਰਾਧ ਕਰ ਜਾਂਦੇ ਹਾਂ, ਤੇ ਜੇ ਉਹ ਇਨਸਾਫ ਦੇ ਤਰਾਜੂ ਤੇ ਰੱਖੇ ਜਾਣ ਤੇ ਪੱਲੜਾ ਬਹੁਤ ਭਾਰੀ ਹੋਣਾ। ਚੰਗੇ ਕਰਮਾਂ ਤੇ ਪੁੰਨਾਂ ਦਾ ਪੱਲੜਾ ਜਿਹੜਾ ਹੈ ਉਹ ਬਹੁਤ ਹਲਕਾ ਹੋਣਾ, ਤੇ ਜਿਹੜਾ ਪੱਲੜਾ ਭਾਰੀ ਹੁੰਦਾ ਹੈ ਉਧਰ ਹੀ ਭੇਜ ਦਿੱਤਾ ਜਾਂਦਾ ਹੈ। ਜੇ ਇਨਸਾਫ ਦੇ ਤਰਾਜੂ ਤੇ ਸਾਡੇ ਪੁੰਨ ਤੇ ਪਾਪ, ਚੰਗੇ ਤੇ ਮਾੜੇ ਕਰਮ ਰੱਖੇ ਜਾਣ, ਕਿਹੜਾ ਪਾਸਾ ਭਾਰਾ ਹੋਏਗਾ ਜੀ? ਉਹ ਪਾਸਾ ਭਾਰਾ ਹੋਏਗਾ ਪਾਪਾਂ ਵਾਲਾ। ਤੇ ਫਿਰ ਸਾਨੂੰ ਉਸ ਤਰੀਕੇ ਦੇ ਨਾਲ ਉਧਰ ਹੀ ਜਾਣਾ ਪਵੇਗਾ, ਸਾਨੂੰ ਉਸ ਤਰੀਕੇ ਦੇ ਨਾਲ ਉਧਰ ਹੀ ਭੇਜਿਆ ਜਾਏਗਾ। ਇਸ ਕਰਕੇ ਪੱਲੜਾ ਸਾਡਾ ਉਸ ਦੀ ਬਖਸ਼ਿਸ਼ ਵਾਲਾ ਹੋ ਜਾਏ ਨਾ, ਫਿਰ ਤਰ ਸਕਦੇ ਹਾਂ। ਜੇ ਅਸੀਂ ਰੱਬ ਨੂੰ ਆਖੀਏ, ਜੇ ਅਸੀਂ ਧਰਮਰਾਜ ਨੂੰ ਆਖੀਏ ਲੈ ਸਾਡੇ ਚੰਗੇ ਕਰਮ, ਲੈ ਸਾਡੇ ਮਾੜੇ ਕਰਮ, ਤੇ ਦੋਨਾਂ ਨੂੰ ਪੱਲੜਿਆਂ ਦੇ ਵਿੱਚ ਪਾ, ਇਸ ਤਰੀਕੇ ਦੇ ਨਾਲ ਹਿਸਾਬ ਕਰ, ਤੇ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਤਰ ਸਕੇਗਾ। ਕਿਉਂਕਿ ਬਾਣੀ ਵਿੱਚ ਲਿਖਿਆ ਵੀ ਖਿੰਨ ਖਿੰਨ ਭੁੱਲਣ ਹਾਰ, ਦੁਨੀਆ ਦਾ ਹਰ ਬੰਦਾ ਜਿਹੜਾ ਹੈ ਉਹ ਗਲਤੀਆਂ ਦਾ ਪੁਤਲਾ ਹੈ। Only God is properly perfect in all the world। ਇੱਕ ਕੇਵਲ ਅੱਲਾਹ ਰਾਮ ਵਾਹਿਗੁਰੂ ਭਗਵਾਨ ਈਸ਼ਵਰ ਰੱਬ ਹੈ ਜੋ ਕਦੇ ਵੀ ਗਲਤੀ ਨਹੀਂ ਕਰਦਾ, ਜੋ ਇਸ ਮਨੁੱਖੀ ਜਾਮੇ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਉਹ ਹਮੇਸ਼ਾ ਕਦੇ ਨਾ ਕਦੇ ਭਾਵੇਂ ਗਲਤੀ ਜ਼ਰੂਰ ਕਰੇਗਾ, ਜ਼ਰੂਰ ਕਰੇਗਾ। ਰਸਨਾ ਸਾਡੀ ਕਦੇ ਨਾ ਕਦੇ ਫਿੱਕੀ ਤੇ ਝੂਠੀ ਜ਼ਰੂਰ ਹੋਏਗੀ। ਨੇਤਰ ਹਮੇਸ਼ਾ ਸਾਡੇ ਪਵਿੱਤਰ ਨਹੀਂ ਰਹਿਣਗੇ, ਕਦੇ ਨਾ ਕਦੇ ਨੇਤਰ ਜਿਹੜੇ ਨੇ ਇਹਨਾਂ ਦੇ ਵਿੱਚ ਮੈਲ ਆਏਗੀ। ਸਾਡੇ ਕੰਨ ਲੱਗੇ ਨੇ ਨਾ, ਮਹਾਰਾਜ ਜੀ ਕਹਿੰਦੇ ਸਦਾ ਇਹ ਪਾਕ ਨਹੀਂ ਰਹਿਣਗੇ। ਜੇ ਮੇਰੇ ਕੰਨ ਨਿੰਦਿਆ ਨਾ ਵੀ ਸੁਣ, ਜੇ ਮੇਰੇ ਕੰਨ ਆਪਣੀ ਵਡਿਆਈ ਦੀ ਇੱਛਾ ਰੱਖਣ, ਇਹ ਵੀ ਇੱਕ ਦੋਸ਼ ਹੈ। ਨਿੰਦਿਆ ਸੁਣਨਾ ਵੀ ਦੋਸ਼ ਹੈ, ਆਪਣੀ ਵਡਿਆਈ ਦੀ ਭੁੱਖ ਇਹ ਵੀ ਦੋਸ਼ ਹੈ। ਕੱਲੀ ਬੁਰਾਈ ਸੁਣਨਾ ਦੋਸ਼ ਨਹੀਂ। ਮੈਨੂੰ ਲੋਕ ਚੰਗੇ ਕਹਿਣ, ਕਿਉਂ ਬਈ ਤੂੰ ਕੀ ਲੈਣਾ?
महाराज जी कहते ये ते आस रखनी नहीं, उदन तक तेरी अवस्था बननी नहीं, तेरी प्रोग्रेस होनी नहीं। तू ये भी छड़ना पैना, मेरी निंदिया कोई करदा ओदा भी तेरे तन मन ते कोई असर ना होवे। क्योंकि जो कोई निंदिया साडी बदखोई करदा सानू दुख हुंदा सी, कहने उहदे नाल लड़ना है, उन्हें साडी गल क्यों कीती, दुखी हो गया ना, इहदे ते उपर उठना है। तो कई बार इदा होंदा भी सानू वडियाई नहीं मिलती तां भी मन साडा दुखी हुंदा। जिदा असीं गुरु घर दे विच मैं सीधी उदाहरण देना हुन्ना, किधरे सरोपे वंडदे होईए ना, कोई 15-20 नूं मिल जाए, जे 2 जाने रह जान तो उन्होंने गुस्सा आ जाता है। वो कहता बस अज ते नहीं जाना, अज तू उस गुरुद्वारे नहीं जाना, होर जाना। बई बल्ले तेरे, बड़ी वड्डी तेरी सोच है सजना, इत्थे एडा ही तेरा जिगड़ा, गुरु नूं तू एक बस इस चीज़ ते रखिया, इन्नी की चीज़ ते फिसल जाने वाला की तरक्कियां करेगा। तू पहुंचना रब कोल है ते सोच किथे अटकाई वेरदा है। महाराज जी ने बाणी में एम नहीं लिखिया, उस्तत निंदा दो त्यागै। गुरु नानक ने साडे भगतां ने कदी भी ये लैके नहीं चले, लोग सानू चंगे कहणगे तां समाज विच विचरना है। बाबे नानक दे पिछे ते डंडे लैके लोग भजदे सी, पत्थर लैके भजदे सी, पर उन्होंने सारी उम्र यात्रा करके लोकां दे भले विच ही लगा दिती। क्योंकि जिहड़े सतपुरख हुंदे है ना, जिहड़े रब्बी रूहां हुंदियां है ना, वो वडियाई ते निंदा तो उपर उठ जांदे ने, उन्होंने कोई फर्क नहीं पैंदा। मेरी कोई निंदा कर दे मैं ते ढेरी ढा के बह जाना, मैनू कोई वडियाई ना मिले मैं ढेरी ढा के बह जाना, मैं तुरना ही नहीं। पर जेड़े रब दे पूर्ण प्यारे हुंदे है ना, वो नहीं परवाह करते, वो अपनी मंजिल वल वधदे जांदे ने। वो कहंदे नहीं, इस संसार दियां चीज़ां वल देख के मैं अपने रस्ते तो भटकना नहीं, मैं अपने रस्ते नूं मुका के अपनी मंजिल तरफ जाना है, मैं अपनी मंजिल नूं प्राप्त करना है। इस करके जिस ते वाहिगुरु रब दी उस भगवान दी ईश्वर दी कृपा हुंदी है, वो दुनिया नूं नहीं देखदा, अपनी मंजिल नूं देखदा है, अपनी मंजिल नूं देखदा है, दुनिया नूं नहीं देखना। अज जिहड़ी दुनिया साडे नाल है, कल नूं वो दुनिया साडे तो दूर हो सकती है। जिहड़े अज सानू प्यार करदे ने, वो कल सानू नफरत कर सकदे ने। ठीक है जी, नहीं है जो हुंदा, सारियां नूं तजर्बा है। जिन्हां ने सानू बहुत प्यार दिता सी, उन्हां ने नफरत भी ढेर सारी दिती। फिर गुरु की गल मनीए ना, छड्ड दे दुनिया दियां इन्हां चीज़ां नूं ते तुरिया रहो किधर, चरण चलो मार्ग गोबिंद, मिटे पाप जपीए हर बिंद। अज दा विषय बहुत कमाल दा है, बहुत कमाल दा। पंक्तियां इदां दियां आ रही ने ना, जिद्दां ना दरिया नूं डंडे नाल कुट्टी दा ना मैल फसी होवे ना दरी दे विच, कफां दे विच फसी होवे ते हत्थ दे नाल ही झग करके मैल निकल जाती है। दरी जिहड़ी साल दी किते पई होवे ना मैली, उहनूं सोटियां दे नाल ते डंडियां दे नाल कुੱਟਣਾ पैंदा। अज दे शब्द दी अगली पौड़ी दे विच इदां दा ही फरमान आ रहा है, मन नूं डंडे दे नाल कुੱਟਣ वाला, ते मेरी जिहड़ा कुੱਟ खा गया वो निखर गया, जिहड़ा कुੱਟ खा गया वो पास हो गया। मन कूटे तो जमते छूटे, जिहड़ा सह गया, जिहड़ा जर गया वो लै गया बाजी। कहंदे धरिया ते जरिया काम आउंदा है। किसी ने कोई गल कह दी, वधीकी कर दी, मूँह बंद कर लै, जर लै, काम आ जाता है। धरिया मतलब औखी वेले पैसा जमा किया धरिया,
ਕੰਮ ਆ ਜਾਂਦਾ ਹੈ। ਬੀਬੀਆਂ ਕਈ ਵਾਰ ਬਚਾ ਕੇ ਰੱਖਦੀਆਂ ਨੇ ਕੋਈ 500 1000 2000, ਉਹ ਔਖੇ ਵੇਲੇ ਕੰਮ ਆ ਜਾਂਦਾ। ਧਰਿਆ ਤੇ ਜਰਿਆ, ਕਿਸੇ ਦੀ ਗੱਲ ਸੁਣ ਕੇ, ਕੌੜਾ ਬਚਨ ਸੁਣ ਕੇ ਜਰ ਜਾਣਾ, ਇਹ ਜਰਨਾ ਤੇ ਧਰਨਾ ਜਿਹੜਾ ਇਹ ਕਦੇ ਨਾ ਕਦੀ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਉਹ ਲੇਖੇ ਕਤੇ ਨਾ ਛੁਟੀਏ ਖਿਨ ਖਿਨ ਭੁੱਲਣ ਹਾਰ। ਦੁਨੀਆ ਦੇ ਵਿੱਚ ਇਨਸਾਨ ਤੂੰ ਹਮੇਸ਼ਾ ਗਲਤੀ ਕਰੇਗਾ ਹੀ ਕਰੇਗਾ, क्योंकि सानू आख्या ही गलतियां दा पुतला है। बस एक तेरा रब गलती नहीं करेगा, बाकी जिन्ने भी असी हाँ, मैं हाँ, तुसी हाँ, स्रोता है, वक्त है, कोई वड्डा है, कोई छोटा है, कोई अमीर है, गरीब है, धनवान है, निर्धन है, कोई भी है, अनपढ़ है, पढ़िया लिखिया, सारी गलती करते ने, क्योंकि भुलने अंदर सब को भुल गुरु करतार। सो महाराज जी कहते चलो ये तो गल हो गई भी गलती हो गई, भुल हो गई, हुण अगली गल आ जाए, भुल दी सजा लैनी है कि भुल नूं बख्शाउणा है? भुल दी सजा प्राप्त करनी है कि भुल नूं बख्शाउणा है? असीं कहांगे नहीं जी, क्योंकि जे भुल दी सजा तय होवे ते फिर हो सकता है 20 साल दी हो जाए, 10 साल दी हो जाए, हो सकता है फांसी होवे। जे जज साहब अपनी कलम दे नाल बाइज्जत बरी लिख देन, फिर की गल बने? फिर असली गल बन जाएगी, फिर खुशी हो जाएगी। सो असी बरी होना है। जो जिंदगी दे विच गलतियां ते गुनाह हो गए ने, असी अपने रब नूं कहना सानू बरी कर दे, सानू बख्श लै, सानू उस तक्कड़ ते ना पाई जिथे लिखा हुंदा है। तू सानू अपनी मेहर कृपा रूपी बाह हाथ दे के बख्श लै। लेखे कते ना छुटिए खिन खिन भुलन हार, बख्शन हार बख्श लै, नानक पारे उतार। हे मेरे मालक मैनू बख्श लै, मैं अपराधी हाँ। ते जदों इदां दी गल असीं गुरु नूं कहांगे ते गुरु सानू सत्संग दी बिल्कुल बख्श लेगा। इहदे विच कोई दो राय नहीं है। किनू बख्शदा है? दुनिया का कोई भी बंदा होवे उन्होंने भी बख्श लैंदा है। कित्थे तक बख्श लैंदा है? पलीत होवे उन्होंने भी बख्श लैंदा है। किसी ने मर्डर किया होवे उन्होंने भी बख्श लैंदा है। किसी ने बहुत बड़ा गुनाह किया होवे उन्होंने भी बख्श लैंदा है। इदां दा है वो परमात्मा, इस तरह का है वो रब, इस तरह का है वो गुरु। हर एक नूं बख्श लैंदा है। वड्डे तों वड्डा पाप कीता होवे तां भी बख्श लैंदा है। बहुत बारी सुन चुके हैं, सज्जन ठग जिहड़ा सी वो लोकां नूं मार भी दिंदा सी, मर्डर करदा सी, रात नूं तहखाने विच सुੱਟਦਾ सी ते ओदी लोकी एक दिन पूजा करन लग पे। क्यों? चंदन का बिरवा भला बेड़ियो ढाग पलास, होए भी चंदन होए रहे बसे जो चंदन पास। क्योंकि उसनू गुरु नानक मिल गया सी। सज्जन नू कौन मिलिया सी? सच्चे पातशाह श्री गुरु नानक मिल गए सी। इस करके सज्जन फिर सज्जन असली बन गया सी, वो आम सज्जन नहीं सी रहा। इस हद तक भी किसी का पाप गुनाह होवे ते गुरु जिहड़ा है सद बख्शिंद सदा मेहरबाना, वो बख्श दिंदा। सो अज एक छोटा जिहा प्रमाण लैके चलते हैं। पंक्ति है, वार 10वीं है ते पौड़ी 21 है, भाई गुरदास जी दी। उच्चारण करते ने, कहंदे पई गणका पापन होए कै पापां दा गलहार परोता, महापुरख अचानचक गणका वाड़े आए खलोता। दुर्मत देख दयाल होए हथों उसनों दितन धोता। जिहड़े सेवा करते ने, जिहड़े सिमरन करते ने, जिहड़े कीर्तन कथा करते ने, जो कीर्तन कथा सुनते ने, उन्हां दा पार उतारा तो होना ही होना। देखो जी, उन्हां दा पार उतारा तो होना ही होना। ते उन्हां दा पार उतारा भी हो रहा है किन्हां दा? जिहड़े पलीत ने और जिहड़े बहुत ही पापी ने, उन्हां दा भी पार उतारा हो रहा है। ये किवें दी गल है?
क्योंकि रब नूं बख्शिंद कहंदे ही तां है जे वो किसी नूं बख्शे। जे रब किसी नूं ना बख्शेगा उसनूं बख्शनहार किसने कहना। सो कहंदे ने तुरिया होया एक रब दा प्यारा महापुरख। महापुरख उसनूं कहंदे ने जिस विच महान गुण होण, महान कारज करदा होवे, महान कम करन दी इच्छा रखदा होवे, महान कर्मा करके महापुरख किया जाता है। असी सारे पुरख हाँ, असी आम पुरख हाँ, पर जदों कोई महान कारज महान काम करांगे सानू फिर आख्या जाएगा महापुरख। सो इदां दा ही कोई महापुरख महान पुरख वो आके खलो गया द्वार ते, आके बूहे ते, आके दरवाजे ते, ड्योढ़ी ते, किसी दी ड्योढ़ी घर दे मूहरे खड़ गया। लिखिया होया कणियां छिट्टां बारिश पै रही सी। उस महापुरख ने सोचिया बई ये छिट्टां हट जाणगियां, बरखा हट जाएगी, कुछ मिनटां बाद फिर मैं अगे तुर जाऊंगा। जिस दरवाजे ते खलोता है उस दरवाजे दे उपर चुबारे दे विच जां कोठे दे उपर एक औरत रहिंदी है, वो है वेसवा। ओहदे कोल परपुरुषां दा आउणा लग्या रहिंदा है, उसनूं उड़ीक रहिंदी है। उसने इस पुरख नूं देखिया, उसनूं लगा ये भी शायद मेरा गाहक होएगा। वो उपरों कोठे तो हेठां उतरे आई। उसनूं लग्या शायद जिस तरह अगे पुरुष आउंदे ने उस तरह कोई आया होएगा। बड़ी प्यारी पंक्ति चली है, लेखे कते ना छूटीए खिन खिन भुलन हार। उहदे नाल इह प्रमाण जुड़ गया। जदों वो गणका उतर के कोठे तो हेठां आई, उस महापुरख दे दीदार कीते। ये ग्रंथां दे विच लिखिया, ये बाणी दे विच लिखिया। कोई सच्ची रूह होवे ना, कोई सतपुरख होवे ना, ते सचमुच दीदार करके ही कई बार बंदे दा जीवन बदल जांदा है। ओदे अंदरों माड़े कर्म सड़ने, गलने, नष्ट होने शुरू हो जाते ने। क्यों? ये बाणी ने क्लीयर किया है, ठाकुर तुम शरनाई आया, उतर गयो मेरे मन का संसा जब ते दर्शन पाया। जदों कोई सतपुरख दे अपने गुरु दे श्री गुरु ग्रंथ साहब महाराज दे अंदरों दीदार करदा है भर के, ते ओ निहाल हो जाता है। सो जदों इस औरत ने उस मर्द मतलब महापुरख नूं देखिया, जदों इसने देखिया ते देखदी रह गई। ज्यों ज्यों देखदी है, दर्शन करदी है, ਇਹਦੇ अंदर ਜਿਹੜੀ पलीत चीज सी वो नष्ट हो रही है। अंदर ਜਿਹੜੇ विकार सी वो हट रहे ने, वो दूर जा रहे ने। अंदरों वह पवित्र सुची हो रही है। ते इसनों अंदरों ही एक आवाज आई, ये ते वो नहीं जिसनों मैं देख रही हाँ, ये ते कोई होर रब दा प्यारा। हाथ जोड़ के कहती है, दसो जी तुहानू की कम है। कहंदे बरखा हो रही सी, असी ते रब दे रंग दे विच जीउण वाले इंसान, बस अगे चले जाना, बरखा हट जाए बस। वो कहंदी नहीं, फिर हुण जे तुसी किसी भी तरीके दे नाल इत्थे पहुंच गए हो, अपने मुबारक चरण पा दिते ने, फिर ऊपर आ जाओ, अंदर आ जाओ। इथों एक ना विचार निकलदा बहुत प्यारा। चंगे बंदियां दे नेक इंसानां दे घर दे विच चरण पाउणे चाहीदे ने। ध्यान देना, जे कोई रब दा प्यारा होवे ना,
ਉਹਦੇ ਹਮੇਸ਼ਾ ਚਰਨ ਪਿਉਣੇ ਚਾਹੀਦੇ ਨੇ ਘਰ ਦੇ ਵਿੱਚ। ਇਸ ਚੀਜ਼ ਨੂੰ ਅਸੀਂ ਜਿਹੜੀ ਹੈ ਉਹ ਹੋਰ ਤਰੀਕੇ ਦੇ ਨਾਲ ਅੱਜ ਜਿਹੜੀ ਬਹੁਤੀ ਵਿਦਿਆ ਹੈ ਨਾ ਹੋਰ ਤਰੀਕੇ ਨਾਲ ਲੈ ਆਈ ਹੈ। ਇਹ ਸਾਰੇ ਕਰਮ ਕਾਂਡ ਨੇ। ਕਿਸੇ ਨੂੰ ਘਰ ਦੇ ਵਿੱਚ ਬੁਲਾਉਣਾ, ਕਿਸੇ ਨੂੰ ਪ੍ਰਸ਼ਾਦਾ ਛਕਾਉਣਾ, ਕਿਸੇ ਦੀ ਸੇਵਾ ਕਰਨੀ। ਮੈਂ ਬੜੇ ਬੜੇ ਸਿਆਣਿਆਂ ਕੋਲ ਸੁਣਿਆ ਇਹ ਕਰਮ ਕਾਂਡ ਵੀ ਹੈ। ਪਰ ਜੇ ਚੰਦ ਕੋਈ ਇਸ ਤਰ੍ਹਾਂ ਕਹਿਣ, ਉਹਨਾਂ ਦੇ ਕਹਿਣ ਤੇ ਇਸ ਤਰ੍ਹਾਂ ਹੋ ਨਹੀਂ ਜਾਣਾ। ਜੇ ਇਸ ਤਰ੍ਹਾਂ ਨਾ ਹੁੰਦਾ, ਗੁਰੂ ਘਰ ਦੇ ਵਿੱਚ ਸੰਗਤ ਪੰਗਤ ਨਾ ਪ੍ਰਫੁੱਲਤ ਹੁੰਦੀ। ਗੁਰੂ ਨਾਨਕ ਜਿੱਥੇ ਮੁਬਾਰਕ ਚਰਨ ਧਰਦੇ ਨੇ, ਬਾਣੀ ਵਿੱਚ ਲਿਖਿਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿੱਥੇ ਕੋਈ ਰੱਬ ਦੀ ਬੰਦਗੀ ਵਾਲਾ ਕੋਈ ਬੰਦਾ ਜਿੱਥੇ ਜਾਂਦਾ ਹੈ ਨਾ, ਕਿਉਂਕਿ ਉਹਦੇ ਨਾਲ ਸੱਚ ਹੁੰਦਾ ਹੈ, ਉਹਦੇ ਨਾਲ ਸੱਚ ਦਾ ਪ੍ਰਕਾਸ਼ ਹੁੰਦਾ ਹੈ। ਉਹਦਾ ਪ੍ਰਭਾਵ ਜਿਸ ਜਗ੍ਹਾ ਤੇ ਉਹ ਧਰਤੀ ਤੇ ਬਹਿੰਦਾ ਉੱਥੇ ਛੱਡ ਜਾਂਦਾ ਹੈ। ਇਹ ਕੁਦਰਤੀ ਹੈ। ਉਹ ਕੁਝ ਬੋਲੇ ਵੀ ਭਾਵੇਂ ਨਾ, ਕੁਝ ਚੀਜ਼ ਸ਼ੇਅਰ ਵੀ ਨਾ ਕਰੇ, ਉਹਦਾ ਆਉਣਾ ਹੀ ਮੁਬਾਰਕ ਹੁੰਦਾ। ਇਸ ਕਰਕੇ ਜੇ ਕੋਈ ਜ਼ਿੰਦਗੀ ਦੇ ਵਿੱਚ ਐਸਾ ਮਿਲੇ ਤੇ ਉਹਨੂੰ ਮਿਲ ਲੈਣਾ ਚਾਹੀਦਾ ਹੈ। ਸਾਡਾ ਘਰ ਪਾਕ ਹੋ ਜਾਏ, ਸਾਡਾ ਘਰ ਪਵਿੱਤਰ ਹੋ ਜਾਏ। ਮੈਂ ਨਹੀਂ ਕਹਿੰਦਾ, ਪੰਕਤੀ ਸੁਣਨੀ ਤੁਸੀਂ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ। ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਵਾ। ਜਿੱਥੇ ਗੁਰੂ ਗ੍ਰੰਥ ਸਾਹਿਬ ਆ ਜਾਵੇ, ਜਿੱਥੇ ਕੋਈ ਗੁਰੂ ਦਾ ਪਿਆਰਾ ਆ ਜਾਵੇ, ਧਿਆਨ ਦੇਣਾ, ਗੁਰੂ ਦਾ ਪਿਆਰਾ ਤਾਂ ਹੀ ਲੱਭੇਗਾ ਜੇ ਖੁਦ ਗੁਰੂ ਦਾ ਪਿਆਰਾ ਹੋਵੇਗਾ। ਸੁਖੀਏ ਕੋ ਪੇਕੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਇਸ ਕਰਕੇ ਆਪਣੇ ਗ੍ਰਹਿ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਚਰਨ, ਬਾਣੀ ਪੜ੍ਹਨ ਵਾਲਿਆਂ ਦਾ ਚਰਨ ਪਾਉਣਾ ਚਾਹੀਦਾ ਹੈ। ਜੇ ਕੋਈ ਆਉਂਦਾ ਹੈ ਨਾ, ਕੋਈ ਵੀ, ਉਸ ਨੂੰ ਜੀ ਆਇਓ, ਜੀ ਆਇਆਂ ਨੂੰ ਆਖਣਾ ਚਾਹੀਦਾ ਹੈ। ਜੇ ਅਸੀਂ ਉਸ ਨੂੰ ਨਾ ਖੈਰ ਵੀ ਨਾ ਪਾ ਸਕਦੇ ਤੇ ਉਸ ਨੂੰ ਚੰਦ ਮਿੱਠੇ ਬੋਲ ਬੋਲ ਕੇ ਉਹਦੀ ਪ੍ਰਸੰਨਤਾ ਲੈ ਲੈਣੀ ਚਾਹੀਦੀ ਹੈ। ਜੇ ਸਾਡੇ ਘਰ ਕੋਈ ਮੰਗਤਾ ਵੀ ਆਉਂਦਾ ਹੈ ਨਾ, ਇਹ ਨਹੀਂ ਵੀ ਉਸ ਨੂੰ ਕੁੰਡਾ ਬੰਦ ਤੇ ਅੰਦਰੋਂ ਹੀ ਜਵਾਬ ਦੇ ਦਿੱਤਾ ਜਾਏ, ਆਹ ਚੀਜ਼ ਹੈ, ਆਹ ਬਹਾਨਾ ਲਾ ਦਿੱਤਾ ਜਾਏ। ਜੇ ਕੋਈ ਤੁਹਾਡੀ ਡਿਊਟੀ ਤੇ ਆ ਗਿਆ, ਇਹਦਾ ਮਤਲਬ ਰੱਬ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਹੈ, ਰੱਬ ਨੇ ਬਰਕਤਾਂ ਦਿੱਤੀਆਂ। ਜੇ ਕੋਈ ਤੁਹਾਡੇ ਕੋਲ ਮੰਗਣ ਆ ਗਿਆ, ਉਹਨੂੰ ਕਹਿ ਆਓ ਭਾਈ ਜੀ ਜਲ ਪਾਣੀ ਛਕੋਗੇ। ਕੋਈ ਦੇਣਾ ਜਾਂ ਨਾ ਦੇਣਾ ਅਲੱਗ ਗੱਲ ਹੈ। ਉਹਨੂੰ ਕਹੋ ਆਓ ਜੀ ਆਇਆਂ ਨੂੰ, ਸਾਨੂੰ ਰੱਬ ਨੇ ਜੀਭ ਤੇ ਦਿੱਤੀ ਹੈ ਨਾ, ਇਹਦੇ ਵਿੱਚ ਰਸ ਹੈ। ਉਹਨੂੰ ਆਖੋ ਆਓ ਜੀ, ਬੈਠੋ ਜੀ, ਜਲ ਪੀਓ ਜੀ, ਕੀ ਛਕੋਗੇ ਜੀ। ਇਹ ਕੀ ਹੈ? ਇਹ ਸੰਸਕਾਰ ਨੇ। ਜੇ ਕਿਸੇ ਦੇ ਬਜ਼ੁਰਗਾਂ ਨੇ ਦਿੱਤੇ ਹੋਣ ਤਾਂ, ਨਹੀਂ ਤੇ ਸਾਸੰਗ ਜੀ ਕਈਆਂ ਨੂੰ ਜ਼ਿੰਦਗੀ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਕੋਈ ਘਰ ਆਇਆ ਦੀ ਦਰਵਾਜ਼ਾ ਖੋਲ ਕੇ ਗੱਲ ਕਰਨੀ ਹੈ ਜਾਂ ਅੰਦਰੋਂ ਹੀ। ਇਹ ਚੀਜ਼ਾਂ ਹੁੰਦੀਆਂ ਨੇ ਬਹੁਤ। ਇੱਥੋਂ ਪਤਾ ਲੱਗ ਜਾਂਦਾ ਵੀ ਜਿਸ ਦੀ ਇਹ ਔਲਾਦ ਹੈ, ਜਿੱਥੋਂ ਇਹ ਪਲ ਕੇ ਆਇਆ, ਵੀ ਇਹਦੇ ਪਿੱਛੇ ਪੂਰਵਜ ਕੈਸੇ ਹੋਣਗੇ। ਇਹ ਬਹੁਤ ਗੱਲਾਂ ਅਕਾਊਂਟ ਕਰਦੀਆਂ। ਇਸ ਕਰਕੇ ਬੜੇ ਪ੍ਰੇਮ ਸੇ ਸਭ ਕੋ ਮਿਲਣਾ, ਬੜੇ ਪ੍ਰੇਮ ਸੇ ਸਭ को मिलना मत भूलो इंसान रे, क्या जाने किस वेश में आकर मिल जाए भगवान रे। जिन्होंने गुरु नानक महाराज जी के पीछे पत्थर मारे, डंडे मारे, वो तो गए। ਤੇ ਜਿੱਥੇ ਬਾਬੇ ਨੇ ਪੈਰ ਧਰੇ, ਅੱਜ ਐਡੇ ਐਡੇ ਵੱਡੇ ਸਥਾਨ ਬਣੇ ਨੇ ਨਾ, ਦੁਨੀਆ ਤਰਸਦੀ ਹੈ ਵੀ ਦੀਦਾਰ ਹੋ ਜਾਣ, ਨਨਕਾਣਾ ਸਾਹਿਬ ਦੇ ਦੀਦਾਰ ਹੋ ਜਾਣ, ਪੰਜਾ ਸਾਹਿਬ ਦੇ ਦੀਦਾਰ ਹੋ ਜਾਣ। ਹੋਰ ਕਿੰਨੇ ਗੁਰੂ ਘਰ ਨੇ ਬੜੀ ਦੂਰ ਦੂਰ ਤੱਕ ਜਿਹੜੇ ਅਜੇ ਤੱਕ ਖੋਜੇ ਨਹੀਂ ਗਏ। ਮੈਂ ਪੜ੍ਹਦਾ ਹੁੰਦਾ, ਅਜੇ ਤੱਕ ਉਹਨਾਂ ਦੇ ਦੀਦਾਰ ਹੀ ਨਹੀਂ ਅਜੇ ਤੱਕ ਕੋਈ ਕਰ ਸਕਿਆ। ਇਸ ਕਰਕੇ ਜਿੱਥੇ ਕੋਈ ਰੱਬ ਦਾ ਪਿਆਰਾ ਜਾਂਦਾ ਹੈ ਉਹ ਪਾਕ ਜਗ੍ਹਾ ਹੋ ਜਾਂਦੀ ਹੈ। ਤੇ ਇਸ ਰੱਬ ਦੇ ਪਿਆਰੇ ਨੂੰ ਕਹਿੰਦੀ ਹੈ ਤੁਸੀਂ ਆ ਜਾਓ, ਤੁਸੀਂ ਥੋੜਾ ਟਾਈਮ ਮੇਰੇ ਕੋਲ ਬਹਿ ਜਾਓ, ਫਿਰ ਚਲੇ ਜਾਓ।
ਤੇ ਦਿਆਲੂ ਹੁੰਦਾ ਰੱਬ ਦਾ ਪਿਆਰਾ। ਕਹਿੰਦਾ ਚੱਲ ਫਿਰ ਠੀਕ ਹੈ, ਕਿਉਂਕਿ ਉਹਨੂੰ ਵੀ ਪਤਾ ਲੱਗ ਗਿਆ ਸੀ। ਪਤਾ ਲੱਗ ਜਾਂਦਾ ਜੇ ਇੱਕ ਵੇਸਵਾ ਗਣਕਾਂ ਨੂੰ ਪਤਾ ਲੱਗ ਗਿਆ ਵੀ ਇਹ ਮਹਾ ਆਤਮਾ ਹੈ, ਮਹਾਨ ਪੁਰਖ ਹੈ, ਤੇ ਉਸ ਮਹਾਨ ਪੁਰਖ ਦੀ ਤੇ ਦ੍ਰਿਸ਼ਟੀ ਤੇ ਉਹਦੇ ਨਾਲੋਂ ਪਤਾ ਨਹੀਂ ਕਿੰਨੀ ਕੁ ਜ਼ਿਆਦਾ, ਤੇ ਉਸ ਨੂੰ ਨਹੀਂ ਪਤਾ ਲੱਗਿਆ ਹੋਏਗਾ ਵੀ ਇਹ ਔਰਤ ਕੌਣ ਹੈ, ਇਹਦੇ ਅੰਦਰ ਕੀ ਚੱਲਦਾ। ਉਹ ਵੀ ਚਲ ਗਏ ਉੱਪਰ, ਤੇ ਜੋ ਵੀ ਗੱਲਬਾਤ ਹੋਈ ਜਲ ਪਾਣੀ ਛਕਿਆ, ਔਰ ਕਹਿੰਦੇ ਨੇ ਚੰਗਾ ਬੇਟੇ ਪੁੱਤਰ ਸਾਨੂੰ ਜਾਣ ਦਿਓ। ਕਹਿੰਦੇ ਨਹੀਂ ਹੋਰ ਬੈਠੋ, ਮੇਰਾ ਦਿਲ ਕਰਦਾ ਤੁਹਾਡੀ ਮੈਂ ਰੱਜ ਰੱਜ ਕੇ ਸੇਵਾ ਕਰਾਂ, ਰੱਜ ਰੱਜ ਕੇ ਸੇਵਾ ਕਰਾਂ। ਗੁਸਤਾਖੀ ਮਾਫ, ਸਮਾਂ ਹੋ ਗਿਆ, ਵਿਸ਼ਾ ਬੜਾ ਪਿਆਰਾ ਬਣ ਸਕਦਾ। ਇੱਕ ਇਕੱਲੀ ਔਰਤ ਹੋਵੇ, ਕੋਈ ਰੱਬ ਦਾ ਪਿਆਰਾ ਬੰਦਾ ਉਹਦੇ ਘਰ ਚਲਿਆ ਜਾਏ ਤੇ ਦੁਨੀਆ ਅੰਨੀ ਪਤਾ ਨਹੀਂ ਕੀ ਕੀ ਗੱਲਾਂ ਕਰਨ ਲੱਗ ਪਏ। ਕੀਤੀਆਂ ਸੀ ਗੱਲਾਂ। ਜਦੋਂ ਗਣਕਾ ਦੇ ਦੁਆਰੇ ਤੇ ਮਹਾਂਪੁਰਖ ਚੜਿਆ ਨਾ, ਲੋਕੀ ਹੱਸਦੇ ਨੇ, ਕਹਿੰਦੇ ਲੈ ਲਓ ਜੀ ਇਹ ਵੀ ਫਸ ਗਿਆ, ਇਹ ਵੀ ਫਸ ਗਿਆ। ਜ਼ਰੂਰੀ ਨਹੀਂ ਕਿਸੇ ਦੇ ਕੋਲ ਖਾਲੀ ਭਾਂਡਾ ਹੋਵੇ ਉਹ ਕਿਤੇ ਮੰਗਤਾ ਬਣ ਕੇ ਆਇਆ ਹੋਵੇ। ਹੋ ਸਕਦਾ ਹੈ ਕਿਸੇ ਕੋਲ ਖਾਲੀ ਭਾਂਡਾ ਹੋਵੇ ਉਹ ਕਿਸੇ ਨੂੰ ਲੱਦ ਕੇ ਦੇ ਕੇ ਆਇਆ ਹੋਵੇ। ਗੱਲਾਂ ਦੋ ਨੇ। ਕਿਸੇ ਦੇ ਕੋਲ ਖਾਲੀ ਚੀਜ਼ ਹੋਵੇ ਨਾ ਕੋਈ, ਇਹ ਜ਼ਰੂਰੀ ਨਹੀਂ ਵੀ ਉਹ ਮੰਗਣ ਲਈ ਆਇਆ ਹੋਵੇ। ਹੋ ਸਕਦਾ ਉਹ ਸਾਰਾ ਹੀ ਕਿਸੇ ਨੂੰ ਦੇ ਕੇ ਆਇਆ ਹੋਵੇ। ਇਹ ਤੇ ਸਾਡੀ ਦ੍ਰਿਸ਼ਟੀ ਹੈ। ਉਸ ਵੇਸਵਾ ਦੇ ਕੋਲ ਜਾਣ ਤੇ ਮਹਾਂਪੁਰਖ ਨੂੰ ਵੀ ਲੋਕਾਂ ਨੇ ਟੀਚਰਾਂ ਤੇ ਮਖੌਲ ਕੀਤੀ, ਇਹ ਵੀ ਫਸ ਗਿਆ। ਪਰ ਉਹ ਬੇਪਰਵਾਹੀਆਂ ਹੁੰਦੀਆਂ ਨੇ। ਰੰਗ ਹੱਸੇ ਰੰਗ ਰੋਵੇ, ਚੁੱਪੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ ਬਾਤ ਸੱਚੇ ਨਾ। ਉਹ ਨਹੀਂ ਪਰਵਾਹ ਕਰਦੇ ਦੁਨੀਆ ਕੁਛ ਕਹੇ ਜਾਂ ਨਾ ਕਹੇ। ਜ਼ਮਾਨਾ ਬਹੁਤ ਖਰਾਬ ਹੈ, ਦੁਨੀਆ ਦਾ ਨਜ਼ਰੀਆ ਬਹੁਤ ਖਰਾਬ ਹੈ। ਸੋ ਰੱਬ ਮਿਹਰ ਕਰੇ, ਨਜ਼ਰੀਆ ਅੱਛਾ ਹੋਵੇ। ਸੋ ਮਹਾਂਪੁਰਖਾਂ ਦੀ ਸੇਵਾ ਕਰਨ ਤੋਂ ਬਾਅਦ ਮਹਾਂਪੁਰਖ ਕਹਿੰਦੇ ਵੀ ਅਸੀਂ ਰਹਿਣਾ ਤੇ ਹੈ ਨਹੀਂ, ਚਲੇ ਜਾਣਾ ਬਸ। ਕਹਿੰਦੀ ਜੇ ਜਾਣਾ ਤੇ ਉਸ ਤੋਂ ਪਹਿਲਾਂ ਮੈਨੂੰ ਅਸੀਸ ਦੇ ਕੇ ਜਾਓ, ਮੇਰੇ ਤੇ ਮਿਹਰ ਕਰਕੇ ਜਾਓ। ਕਹਿੰਦੇ ਵੀ ਮਿਹਰ ਤੇਰੇ ਤੇ ਕਰ ਸਕਦੇ ਹਾਂ, ਪਰ ਸਾਡਾ ਬਚਨ ਮੰਨਣਾ ਪਏਗਾ। ਤੂੰ ਜੋ ਕਰਮ ਕਰਦੀ ਹੈ ਇਸ ਨੂੰ ਛੱਡਣਾ ਪਏਗਾ। ਕਹਿੰਦੀ ਮੈਂ ਤੌਬਾ ਕਰਦੀ ਹਾਂ, ਮੈਂ ਪ੍ਰੋਮਿਸ ਕਰਦੀ ਹਾਂ, ਮੈਂ ਅੱਜ ਤੋਂ ਬਾਅਦ ਉਹ ਕੁਕਰਮ ਕਦੀ ਨਹੀਂ ਕਰਾਂਗੀ ਜੋ ਮੈਂ ਪਹਿਲਾਂ ਕੀਤਾ। ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਚਾਣ ਚੱਕ ਗਣਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤਨ ਤੋਤਾ। ਤੋਤੇ ਦਾ ਮਤਲਬ ਪੰਛੀ ਵੀ ਹੁੰਦਾ ਤੇ ਤੋਤੇ ਦਾ ਮਤਲਬ ਕੋਈ ਬਚਨ ਵੀ ਕਹਿ ਸਕਦੇ ਆ। ਦੋਨੇ ਚੀਜ਼ਾਂ ਆ ਸਕਦੀਆਂ, ਤੋਤਾ ਵੀ ਕਹਿ ਸਕਦੇ ਆ ਤੇ ਇੱਕ ਜਿਵੇਂ ਤੋਤਾ ਰੱਟਣ ਵੀ ਅਸੀਂ ਕਹਿੰਦੇ ਨਾ। ਗੁਸਤਾਖੀ ਮਾਫ ਹੈ, ਮੈਂ ਕੋਈ ਗਲਤ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਗੱਲ ਕਹਿ ਰਿਹਾ। ਇਹ ਲਫ਼ਜ਼ ਇਸ ਲਈ ਵੀ ਵਰਤਿਆ ਜਾ ਸਕਦਾ ਵੀ ਕੋਈ ਸ਼ਬਦ ਮੰਤਰ ਵੀ ਦਿੱਤਾ ਹੋਵੇ। ਦੁਰਮਤ ਦੇਖ ਦਿਆਲ ਹੋਏ, ਹੱਥ ਨੂੰ ਉਸ ਨੂੰ ਦਿੱਤਨ ਤੋਤਾ। ਰਾਮ ਨਾਮ ਦੇਖੋ ਅੱਗੇ ਕਲੀਅਰ ਹੋ ਗਿਆ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸਹੋਤਾ। ਉਸ ਨੂੰ ਰਾਮ ਨਾਮ ਦਾ ਉਪਦੇਸ਼ ਦਿੱਤਾ ਵੀ ਰਾਮ ਰਾਮ ਜਪਿਆ ਕਰ, ਲਿਵ ਲਾਗੀ ਤਿਸ ਤੋਤਿਓ। ਉਸ ਤਰੀਕੇ ਦੇ ਨਾਲ ਉਸਨੇ ਜਪਣਾ ਸ਼ੁਰੂ ਕੀਤਾ। ਰਾਮ ਦੇ ਨਾਲ ਐਸੀ ਲਿਵ ਲਾਈ। ਨਿਤ ਪੜਾਏ ਕਰੇ ਅਸੋਤਾ। ਉਹ ਨਿਤ ਜਪਦੀ ਹੈ ਤੇ ਜਪਾਉਂਦੀ ਹੈ। ਪਤਤ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਅੰਤ ਕਾਲ ਜਮ ਜਾਲ ਤੋੜ, ਨਰਕੇ ਵਿੱਚ ਨਾ ਖਾਦਸ ਗੋਤਾ। ਗਈ ਬੈਕੁੰਠ ਵਿਵਾਨ ਚੜ, ਨਾਉ ਨਰਾਇਣ ਅਛੋਤ ਅਛੋਤਾ। ਸੋ ਉਸ ਨੇ ਆਪਣੇ ਉਹ ਮਾੜੇ ਕਰਮ ਛੱਡ ਦਿੱਤੇ ਤੇ ਔਰ ਰਾਮ 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 ਕਹਿੰਦੀ ਹੋਈ ਇੱਕ ਦਿਨ ਰਾਮ ਦੇ ਵਿੱਚ ਅਭੇਦ ਹੋ ਗਈ। ਸੋ ਅੱਜ ਦੀ ਪੰਕਤੀ ਚੱਲੀ ਸੀ, ਲੇਖੇ ਕਤੇ ਨਾ ਛੂਟੀਏ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵੀ ਗੁਰੂ ਦੇਖੋ ਏਦਾਂ ਦੇ ਪਲੀਤ ਨੂੰ ਵੀ ਬਖਸ਼ ਲੈਂਦਾ ਜਿਹਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਬਖਸ਼ਿਆ ਜਾਏਗਾ। ਮੈਂ ਬੇਨਤੀ ਕੀਤੀ, ਕਤਲ ਤਾਂ ਕੀਤੇ ਸਨ ਸੱਜਣ ਠੱਗ ਨੇ, ਉਹਨੂੰ ਵੀ ਬਖਸ਼ ਦਿੱਤਾ। ਪਾਪ ਕੀਤੇ ਸਨ ਪਰ ਪੁਰਸ਼ਾਂ ਦੇ ਨਾਲ ਵਿਕਾਰ ਵਾਸ਼ਨਾ ਤਹਿਤ ਭੋਗੇ ਸਨ ਵੇਸਵਾ ਗਣਕਾ ਨੇ, ਪਰ ਉਸ ਦਾ ਵੀ ਭਲਾ ਹੋ ਗਿਆ। ਤੇ ਹੁਣ ਰਹਿ ਗਈ ਗੱਲ ਸਾਡੀ। ਮਹਾਰਾਜ ਜੀ ਕਹਿੰਦੇ ਤੂੰ ਇੰਜ ਪੜਿਆ ਕਰ। ਅਗਲੀਆਂ ਪੰਕਤੀਆਂ ਨੇ ਪੌੜੀ ਕਹਿੰਦੇ ਲੂਣ ਹਰਾਮੀ ਗੁਨਹਗਾਰ। ਕਹਿੰਦੇ ਆਪਣੇ ਆਪ ਨੂੰ ਇੰਜ ਕਿਹਾ ਕਰ, ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਦ। ਮਹਾਰਾਜ ਜੀ ਮੈਂ ਨਾ ਸ਼ੁਕਰਾ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਤੇਰੀ ਦਿੱਤੀ ਹੋਈ ਚੀਜ਼ ਨੂੰ ਭੁਲਾ ਦਿੱਤਾ ਹੈ। ਮੈਂ ਲੂਣ ਹਰਾਮੀ ਹਾਂ, ਮੈਂ ਕਿਰਤ ਘਣ ਹਾਂ, ਮੈਂ ਸ਼ਾਨ ਫਰਾਮੋਸ਼ ਹਾਂ, ਮੇਰਾ ਜੀਵਨ ਤਰਕਾਰ ਹੈ, ਮੇਰਾ ਜੀਵਨ ਧ੍ਰਿਗ ਹੈ। ਇੰਜ ਕਿਹਾ ਕਰ। ਬਾਣੀ ਵਿੱਚ ਮਹਾਰਾਜ ਜੀ ਨੇ ਆਪਣੇ ਆਪ ਨੂੰ ਅੱਗੇ ਰੱਖ ਕੇ ਸੰਬੋਧਨ ਕੀਤਾ, ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਦ, ਮੇਰੀ
मत ओची मेरी मत थोड़ी, जियो पिंड जिन सुख दिए ताहे ना जान तत, जिसने जिंद पिंड शरीर हथ पैर नक मुंह दिता मैं उसनू जानिया ना, लाया माया कारने दहद ढूंढन जाए, मैं माया खट्टन की खातर सारी जिंदगी खराब करती, देवनहार दतार प्रभ निमखड़ा मने वसाए, पर जेड़े प्रभु दतार ने मैनू जीवन सुख दिते सन, एक अख दे फोर जिन्ना भी उसनू मैं याद नहीं किया, मन च नहीं वसाया, लाल झूठ विकार मोह या संपे मन माहे, मैं लाल झूठ विकार माया दे मोह विच ही अपने आप नू गवा बैठा, लंपट चोर निंदक महा तिनू संग बिहाए, मैं चोरां दी यारां दी संगत कीती, लंपट चोर मैं विशियां दी संगत कीती, लंपट चोर ठगां दी चोरां दी गलत बंदियां दी संगत कीती, निंदकां दी संगत कीती, लंपट चोर निंदक महा तिनहू संग बिहाए, मैं सारी जिंदगी उन्हां दे नाल ही बतीत कर गया, तुद भावे तां बख्श लै खोटे संग करे, जे तैनू मालका चंगा लगदा ते मैनू बख्श लै, नानक भावे पार ब्रह्म पाहन नीर तरे, हे मेरे मालक मैनू पता है पाहन पार उतारे, तू पत्थर दिल वालियां नू, पाहन दा मतलब कि पत्थर दा तरना नहीं हुंदा, मतलब पत्थर दिल वाले इंसानां नू भी तू तार दिता, मैनू पत्थर दिल तो मोम कर दे, मैनू नाम दी अमृत दी दात दे दे, नानक भावे पार ब्रह्म पाहन नीर तरे, मैनू अपने अमृतमई बाणी दे के ओ प्यास दे के मैनू तार लै। सो ये सी अज दे शब्द दी विचार प्रमाण ते साखी सहताब जी ने सरवण की। गुरु महाराज जी मेहर करे जो तुसी सरवण कीता है ना, महाराज जी मेहर करना, जदों तक तुहाडे विच ये आत्मा लीन नहीं होंदी उदों तक ये ज्ञान किधरे जावे ना, इसे तरह रवे, जदों शरीर भी छड्डना ते सानू राह दिखावे तेरे तक पहुंचण दा। दिओ सज्जना सीसरियां जो होवे सहर सो मेल। वाहिगुरू जी का खालसा, वाहिगुरू जी की फतेह।